ਡੇਵਿਡ ਜੇ ਸ਼ਵਾਰਜ਼ ਦਾ ਅਗਲਾ ਵਿਸ਼ਾ ਹੈ ਆਪਣੇ ਮਾਹੌਲ ਨੂੰ ਸੁਧਾਰੋ, ਫਸਟ ਕਲਾਸ ਬਣੋ। ਅਸੀਂ ਕਿਸ ਤਰ੍ਹਾਂ ਸੋਚਦੇ ਹਾਂ ਸਾਡੇ ਸਮੂਹ ਤੋਂ ਤੈਅ ਹੁੰਦਾ ਹੈ। ਸੁਨਿਸ਼ਚਿਤ ਕਰ ਲਓ ਕਿ ਤੁਸੀਂ ਇਹੋ ਜਿਹੇ ਸਮੂਹ ਵਿੱਚ ਹੋਵੋ ਜਿਹੜਾ ਠੀਕ ਸੋਚਦਾ ਹੈ। ਤੁਹਾਡੇ ਕੰਮ ਦੇ ਮਾਹੌਲ 'ਚ ਕਈ ਰੁਕਾਵਟਾਂ ਆਉਣਗੀਆਂ। ਹਰ ਸਮੂਹ 'ਚ ਇਹੋ ਜਿਹੇ ਲੋਕ ਹੋਣਗੇ ਜਿਨ੍ਹਾਂ ਨੂੰ ਆਪਣੀਆਂ ਯੋਗਤਾਵਾਂ ਦਾ ਅਹਿਸਾਸ ਹੋਏਗਾ। ਉਹ ਤੁਹਾਡੇ ਰਾਹ ਚੌਕੜਾਂ ਬਣ ਕੇ ਖੜੇ ਹੋ ਜਾਣਗੇ ਤੇ ਤੁਹਾਡੀ ਤਰੱਕੀ ਨਹੀਂ ਹੋਣ ਦੇਣਗੇ। ਕਈ ਉੱਚ ਅਭਿਲਾਖੀ ਲੋਕਾਂ ਦੀ ਹਾਸੀ ਉਡਾਈ ਜਾਂਦੀ ਹੈ, ਉਹਨਾਂ ਨੂੰ ਧਮਕਾਇਆ ਜਾਂਦਾ ਹੈ ਕੇਵਲ ਇਸ ਲਈ ਕਿਉਂਕਿ ਉਹ ਲੋਕ ਜ਼ਿਆਦਾ ਸਫਲ ਹੁੰਦੇ ਤੇ ਜ਼ਿਆਦਾ ਕੰਮ ਕਰਦੇ ਹੈ। ਅਸੀਂ ਇਸ ਗੱਲ ਨੂੰ ਸਹੀ ਢੰਗ ਨਾਲ ਸਮਝ ਲਈਏ। ਕੁਝ ਲੋਕ ਈਰਖਾ ਕਰਨ ਤੁਹਾਨੂੰ ਨੀਵਾਂ ਦਿਖਾਉਣਾ ਚਾਹੁੰਦੇ ਆ। ਉਹ ਇਸ ਵਾਸਤੇ ਕਰਦੇ ਆ ਕਿਉਂਕਿ ਤੁਸੀਂ ਸਫਲਤਾ ਦੀ ਪੌੜੀ ਦੇ ਉੱਤੇ ਵੱਲ ਚੜ੍ਹਨਾ ਚਾਹੁੰਦੇ ਹੋ। ਇਹ ਕਾਰਖਾਨਿਆਂ 'ਚ ਆਮ ਕਰਕੇ ਹੁੰਦਾ ਜਿੱਥੇ ਸਾਥੀ ਵਰਕਰ ਇਹੋ ਜਿਹੇ ਬੰਦੇ ਤੋਂ ਚਿੜਦੇ ਹੈ ਜਿਹੜਾ ਪੈਦਾਵਾਰ ਵਧਾਉਣਾ ਚਾਹੁੰਦਾ ਹੈ। ਇਹ ਮਿਲਟਰੀ ਵਿੱਚ ਵੀ ਹੁੰਦਾ ਜਿੱਥੇ ਨਕਾਰਾਤਮਕ ਲੋਕਾਂ ਦਾ ਸਮੂਹ ਉਸ ਨੌਜਵਾਨ ਸਿਪਾਹੀ ਦਾ ਹਾਸਾ ਉਡਾਉਂਦੇ ਹੈ, ਉਹਦਾ ਨਿਰਾਦਰ ਕਰਦੇ ਹੈ ਜਿਹੜਾ ਕਿ ਆਫਿਸਰ ਸਕੂਲ ਵਿੱਚ ਜਾਣਾ ਚਾਹੁੰਦਾ ਹੈ। ਇਹ ਬਿਜ਼ਨਸ ਵਿੱਚ ਵੀ ਹੁੰਦਾ ਜਦੋਂ ਜ਼ਿੰਦਗੀ ਦੀ ਦੌੜ 'ਚ ਪਿੱਛੇ ਰਹਿ ਜਾਣ ਵਾਲੇ ਲੋਕ ਅੱਗੇ ਵਧਣ ਵਾਲੇ ਲੋਕਾਂ ਦਾ ਰਾਹ ਰੋਕਣ ਦੀ ਕੋਸ਼ਿਸ਼ ਕਰਦੇ ਆ। ਤੁਸੀਂ ਇਹ ਹਾਈ ਸਕੂਲ 'ਚ ਬਾਰ-ਬਾਰ ਵੇਖਿਆ ਹੋਏਗਾ ਕਿ ਕੁਝ ਅਵਾਰਾ ਮੁੰਡੇ ਉਸ ਸਹਿਪਾਠੀ ਦਾ ਮਖੌਲ ਉਡਾਉਂਦੇ ਆ ਜਿਹੜਾ ਚੰਗੀ ਤਰ੍ਹਾਂ ਪੜ੍ਹਦਾ ਤੇ ਚੰਗੇ ਨੰਬਰ ਲਿਆਉਂਦਾ ਹੈ। ਕਈ ਵਾਰੀ ਤਾਂ ਉਸ ਪ੍ਰਤਿਭਾਸ਼ਾਲੀ ਵਿਦਿਆਰਥੀ ਦਾ ਤਦ ਤਾਈਂ ਮਖੌਲ ਉਡਾਇਆ ਜਾਂਦਾ ਜਦ ਤੱਕ ਕਿ ਉਹ ਇਸ ਨਤੀਜੇ ਤੇ ਨਹੀਂ ਪੁੱਜ ਜਾਂਦਾ ਕਿ ਪ੍ਰਤਿਭਾਸ਼ਾਲੀ ਹੋਣ 'ਚ ਕੋਈ ਸਿਆਣਪ ਨਹੀਂ ਹੈ। ਆਪਣੇ ਆਲੇ ਦੁਆਲੇ ਦੇ ਇਹੋ ਜਿਹੇ ਨਕਾਰਾਤਮਕ ਸੋਚਾਂ ਵਾਲਿਆਂ ਨੂੰ ਨਜ਼ਰਅੰਦਾਜ਼ ਕਰ ਦਿਓ। ਆਮ ਕਰਕੇ ਤੁਹਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਹੀਆਂ ਜਾਂਦੀਆਂ ਉਹਨਾਂ ਦਾ ਮਕਸਦ ਤੁਹਾਨੂੰ ਨੀਵਾਂ ਦਿਖਾਉਣਾ ਨਹੀਂ ਹੁੰਦਾ। ਉਹ ਤਾਂ ਕੇਵਲ ਬੋਲਣ ਵਾਲਿਆਂ ਦੀ ਅਸਫਲਤਾ ਤੇ ਨਿਰਾਸ਼ਾ ਨੂੰ ਉਜਾਗਰ ਕਰਦੀਆਂ। ਨਕਾਰਾਤਮਕ ਸੋਚ ਵਾਲੇ ਲੋਕਾਂ ਨੂੰ ਇਸ ਗੱਲ ਦੀ ਇਜਾਜ਼ਤ ਨਾ ਦਿਓ ਕਿ ਉਹ ਤੁਹਾਨੂੰ ਵੀ ਆਪਣੇ ਸਤਰ ਤਾਈਂ ਹੇਠਾਂ ਲੈ ਆਉਣ। ਉਹਨਾਂ ਦੀਆਂ ਗੱਲਾਂ ਨੂੰ ਉਸੇ ਤਰ੍ਹਾਂ ਤਿਲਕ ਜਾਣ ਦਿਓ ਜਿਵੇਂ ਬੱਤਖ ਦੀ ਪਿੱਠ ਤੋਂ ਪਾਣੀ ਤਿਲਕਦਾ ਹੈ। ਇਸ ਤਰ੍ਹਾਂ ਦੇ ਲੋਕਾਂ ਨਾਲ ਜੁੜੋ ਜਿਹੜੇ ਸਕਾਰਾਤਮਕ ਸੋਚਦੇ ਆ, ਜਿਹੜੇ ਪ੍ਰਗਤੀਸ਼ੀਲ ਸੋਚ ਰੱਖਦੇ ਆ ਤੇ ਉਹਨਾਂ ਦੇ ਨਾਲ ਉੱਤੇ ਨੂੰ ਵਧੋ। ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ਹੋ ਬਸ਼ਰਤੇ ਤੁਹਾਡੀ ਸੋਚ ਸਹੀ ਹੋਵੇ। ਪਰ ਇੱਕ ਸਾਵਧਾਨੀ ਰੱਖੋ, ਇਹ ਦੇਖੋ ਕਿ ਤੁਹਾਨੂੰ ਸਲਾਹ ਦੇਣ ਵਾਲਾ ਕੌਣ ਹੈ। ਜ਼ਿਆਦਾਤਰ ਸੰਗਠਨਾਂ 'ਚ ਤੁਹਾਨੂੰ ਬਹੁਤੇ ਇਹੋ ਜਿਹੇ ਲੋਕ ਮਿਲ ਜਾਣਗੇ ਜਿਹੜੇ ਤੁਹਾਨੂੰ ਫੋਕਟ ਦੀਆਂ ਸਲਾਹਾਂ ਦੇਣਗੇ। ਉਹ ਦਿਲਚਸਪੀ ਲੈ ਕੇ ਤੁਹਾਨੂੰ ਸਫਲਤਾ ਦੇ ਗੁਰ ਜਾਂ ਨੁਸਖੇ ਜਾਂ ਫਾਰਮੂਲੇ ਦੱਸਣਾ ਚਾਹਣਗੇ। ਇੱਕ ਵਾਰ ਮੈਂ ਇਸੇ ਤਰ੍ਹਾਂ ਦੇ ਫੋਕਟੀਆਂ ਸਲਾਹਕਾਰ ਨੂੰ ਇੱਕ ਹੋਣਹਾਰ ਨਵੇਂ ਵਰਕਰ ਨੂੰ ਸਲਾਹ ਦਿੰਦਿਆਂ ਸੁਣਿਆ। ਸਲਾਹਕਾਰ ਕਹਿ ਰਿਹਾ ਸੀ, ਇੱਥੇ ਕੰਮ ਕਰਨ ਦਾ ਤਰੀਕਾ ਇਹੀ ਹੈ, ਤੁਸੀਂ ਹਰ ਕੰਮ ਤੋਂ ਬਚੋ। ਜੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਤੁਹਾਡੇ 'ਚ ਹੁਨਰ ਹੈ ਤਾਂ ਉਹ ਤੁਹਾਡੇ ਤੇ ਕੰਮ ਲੱਦਦੇ ਚਲੇ ਜਾਣਗੇ। ਖਾਸ ਤੌਰ ਤੇ ਮਿਸਟਰ ਜ਼ੈਡ ਡਿਪਾਰਟਮੈਂਟ ਦੇ ਮੈਨੇਜਰ ਤੋਂ ਬਣਦੀ ਕੋਸ਼ਿਸ਼ ਦੂਰ ਰਹਿਣਾ। ਜੇ ਉਹਨਾਂ ਨੂੰ ਪਤਾ ਚੱਲ ਗਿਆ ਕਿ ਤੁਹਾਡੇ ਕੋਲ ਘੱਟ ਕੰਮ ਹੈ ਤਾਂ ਉਹ ਤੁਹਾਨੂੰ ਮੋਢਿਆਂ ਤੱਕ ਕੰਮ 'ਚ ਡੁਬੋ ਦੇਣਗੇ। ਇਹ ਫੋਕੀਆਂ ਸਲਾਹਾਂ। ਇਹ ਫੋਕੇ ਸਲਾਹਕਾਰ 30 ਸਾਲ ਤੋਂ ਉਸ ਕੰਪਨੀ 'ਚ ਕੰਮ ਕਰ ਰਿਹਾ ਹੈ। ਉਹਨੂੰ ਅੱਜ ਤਾਈਂ ਪ੍ਰਮੋਸ਼ਨ ਨਹੀਂ ਮਿਲਿਆ। ਉਸ ਬੰਦੇ ਦੇ ਵਾਸਤੇ ਇਹ ਕਿੰਨਾ ਚੰਗਾ ਸਲਾਹਕਾਰ ਹੋ ਸਕਦਾ ਹੈ ਜਿਹੜਾ ਹੁਣ ਨਵਾਂ ਕੰਮ ਸ਼ੁਰੂ ਕਰ ਰਿਹਾ ਤੇ ਬਿਜ਼ਨਸ 'ਚ ਉੱਤੇ ਵੱਲ ਉੱਨਤੀ ਕਰਨਾ ਚਾਹੁੰਦਾ ਹੈ। ਜਿਹੜੇ ਜਾਣਦੇ ਹਨ ਉਹਨਾਂ ਤੋਂ ਹੀ ਸਲਾਹ ਲੈਣ ਦਾ ਅਸੂਲ ਬਣਾਓ। ਬਹੁਤੇ ਲੋਕ ਇਹ ਸੋਚਦੇ ਆ ਵੀ ਸਫਲ ਲੋਕਾਂ ਨੂੰ ਮਿਲਣਾ ਸੌਖਾ ਨਹੀਂ ਹੁੰਦਾ। ਇਹ ਗੱਲ ਗਲਤ ਹੈ। ਸੱਚ ਤਾਂ ਇਹ ਹੈ ਕਿ ਇਹਨਾਂ ਨੂੰ ਮਿਲਣਾ ਔਖਾ ਨਹੀਂ ਹੁੰਦਾ। ਦੇਖਣ 'ਚ ਇਹ ਆਉਂਦਾ ਹੈ ਕਿ ਜਿਹੜਾ ਬੰਦਾ ਜਿੰਨਾ ਜ਼ਿਆਦਾ ਸਫਲ ਹੋਏਗਾ ਉਨਾ ਹੀ ਨਿਮਰ ਹੁੰਦਾ ਹੈ, ਦੂਜਿਆਂ ਦੀ ਸਹਾਇਤਾ ਕਰਨ ਲਈ ਤਿਆਰ ਰਹਿੰਦਾ ਹੈ ਕਿਉਂਕਿ ਇਹੋ ਜਿਹੇ ਲੋਕ ਆਪਣੇ ਕੰਮ ਤੇ ਸਫਲਤਾ 'ਚ ਸੱਚਮੁੱਚ ਦਿਲਚਸਪੀ ਲੈਂਦੇ ਆ। ਇਸ ਖਾਤਰ ਉਹ ਇਹ ਦੇਖਣਾ ਚਾਹੁੰਦੇ ਆ ਕਿ ਹਰ ਕੰਮ ਸਫਲਤਾ ਨਾਲ ਪੂਰਾ ਹੋਵੇ ਤਾਂ ਜੋ ਜਿਸ ਵੇਲੇ ਉਹ ਰਿਟਾਇਰ ਹੋਣ ਤਾਂ ਉਹਨਾਂ ਦਾ ਵਾਰਸ ਇੰਨਾ ਕਾਬਲ ਹੋਵੇ ਕਿ ਉਹ ਹਰ ਕੰਮ ਨੂੰ ਸਫਲਤਾ ਨਾਲ ਕਰ ਸਕੇ। ਉਹਨਾਂ ਲੋਕਾਂ ਨੂੰ ਮਿਲਣਾ ਔਖਾ ਹੁੰਦਾ ਹੈ ਜਿਹੜੇ ਭਵਿੱਖ 'ਚ ਵੱਡਾ ਬਣਨ ਦੇ ਸੁਪਨੇ ਦੇਖਣ ਵਾਲੇ ਲੋਕ ਹੁੰਦੇ ਹਨ। ਇੱਕ ਐਗਜ਼ੀਕਿਊਟਿਵ ਜਿਹਨੂੰ 1 ਘੰਟੇ ਦੇ $40 ਮਿਲਿਆ ਕਰਦੇ ਸੀ ਨੇ ਇਸ ਗੱਲ ਨੂੰ ਸਪਸ਼ਟ ਕੀਤਾ, ਮੈਂ ਇੱਕ ਬਿਜ਼ੀ ਔਰਤ ਹਾਂ ਪਰ ਮੇਰੇ ਆਫਿਸ ਦੇ ਦਰਵਾਜ਼ੇ ਡੂ ਨਾਟ ਡਿਸਟਰਬ ਦਾ ਬੋਰਡ ਨਹੀਂ ਲੱਗਿਆ ਰਹਿੰਦਾ। ਲੋਕਾਂ ਨੂੰ ਸਲਾਹ ਦੇਣਾ ਮੇਰਾ ਮੁੱਖ ਕੰਮ ਹੈ। ਅਸੀਂ ਆਪਣੀ ਕੰਪਨੀ ਦੇ ਹਰ ਬੰਦੇ ਨੂੰ ਟ੍ਰੇਨਿੰਗ ਦਿੰਦੇ ਹਾਂ, ਪਰ ਜੇ ਕਿਸੇ ਨੂੰ ਨਿੱਜੀ ਪਰਾਮਰਸ਼ ਜਾਂ ਸਲਾਹ ਚਾਹੀਦੀ ਹੋਵੇ ਤਾਂ ਉਹਨੂੰ ਬਸ ਕਹਿ ਦੇਣ ਦੀ ਲੋੜ ਹੈ। ਮੈਂ ਆਪਣੇ ਕੋਲ ਹਰ ਆਉਣ ਵਾਲੇ ਦੀ ਹਰ ਸਮੱਸਿਆ ਸੁਣਨ ਨੂੰ ਤਿਆਰ ਰਹਿੰਦੀ ਹਾਂ, ਚਾਹੇ ਉਹ ਕੰਪਨੀ ਨਾਲ ਸੰਬੰਧਿਤ ਹੋਵੇ ਜਾਂ ਨਿੱਜੀ। ਉਹ ਬੰਦਾ ਜਿਹੜਾ ਨੌਕਰੀ ਦੇ ਬਾਰੇ ਜ਼ਿਆਦਾ ਜਾਣਨਾ ਚਾਹੁੰਦਾ ਹੈ, ਕੰਮ ਕਰਨ 'ਚ ਜ਼ਿਆਦਾ ਚੰਗਾ ਢੰਗ ਸਿੱਖਣਾ ਚਾਹੁੰਦਾ ਹੈ, ਉਹਦੀ ਸਹਾਇਤਾ ਕਰਨਾ ਮੈਨੂੰ ਸਭ ਤੋਂ ਵਧੀਆ ਲੱਗਦਾ ਹੈ। ਪਰ ਉਹਦਾ ਕਹਿਣਾ ਸੀ,
ਮੈਨੂੰ ਇਹੋ ਜਿਹੇ ਫालतू ਲੋਕਾਂ ਨੂੰ ਸਲਾਹ ਦੇਣ ਲਈ ਸਮਾਂ ਬਰਬਾਦ ਕਰਨਾ ਪਸੰਦ ਨਹੀਂ, ਜਿਹੜੇ ਮੇਰੀਆਂ ਸਲਾਹਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਜਦੋਂ ਤੁਹਾਡੇ ਕੋਲ ਸਵਾਲ ਹੋਣ ਤਾਂ ਫਸਟ ਕਲਾਸ ਬਣੋ। ਅਸਫਲ ਬੰਦੇ ਤੋਂ ਸਲਾਹ ਲੈਣਾ ਉਵੇਂ ਦੀ ਗੱਲ ਹੈ ਜਿਵੇਂ ਨੀਮ ਹਕੀਮ ਤੋਂ ਕੈਂਸਰ ਦਾ ਇਲਾਜ ਪੁੱਛਣਾ। ਅੱਜ ਕੱਲ੍ਹ ਕਈ ਐਗਜ਼ੀਕਿਊਟਿਵ ਕਿਸੇ ਮਹੱਤਵਪੂਰਨ ਅਹੁਦੇ ਤੇ ਕਿਸੇ ਨੂੰ ਨੌਕਰੀ ਦੇਣ ਤੋਂ ਪਹਿਲਾਂ ਉਹਦੀ ਪਤਨੀ ਦਾ ਇੰਟਰਵਿਊ ਵੀ ਲੈਂਦੇ ਆ। ਇੱਕ ਸੇਲਸ ਐਗਜ਼ੀਕਿਊਟਿਵ ਨੇ ਮੈਨੂੰ ਦੱਸਿਆ ਕਿ ਮੈਂ ਪੱਕਾ ਕਰ ਲੈਣਾ ਕਿ ਸਾਡੇ ਸੰਭਾਵਿਤ ਸੇਲਸਮੈਨਾਂ ਦਾ ਪਰਿਵਾਰ ਉਹਨਾਂ ਨੂੰ ਸਹਿਯੋਗ ਦਿੰਦਾ ਹੈ। ਸੇਲਸਮੈਨ ਦੀ ਨੌਕਰੀ 'ਚ ਯਾਤਰਾ ਕਰਨੀ ਪੈਂਦੀ ਹੈ, ਕੰਮ ਦੇ ਘੰਟੇ ਅਨਿਯਮਿਤ ਹੁੰਦੇ ਹੈ, ਹੋਰ ਵੀ ਇਸ ਤਰ੍ਹਾਂ ਦੀਆਂ ਕਈ ਦਿੱਕਤਾਂ ਹੁੰਦੀਆਂ। ਇਹੋ ਜਿਹੇ ਹਾਲਾਤਾਂ 'ਚ ਇਹੋ ਜਿਹਾ ਪਰਿਵਾਰ ਹੋਣਾ ਚਾਹੀਦਾ ਜਿਹੜਾ ਸੇਲਸਮੈਨ ਦੀ ਰਾਹ 'ਚ ਦਿੱਕਤਾਂ ਖੜੀਆਂ ਨਾ ਕਰੇ। ਅੱਜ ਲੋਕ ਇਸ ਗੱਲ ਨੂੰ ਸਮਝ ਚੁੱਕੇ ਆ ਕਿ ਛੁੱਟੀ ਦੇ ਦਿਨ 'ਚ ਜੋ ਹੁੰਦਾ ਹੈ ਤੇ ਸ਼ਾਮ ਨੂੰ 6 ਵਜੇ ਤੋਂ ਸਵੇਰੇ 9 ਵਜੇ ਤੱਕ ਜਿਹੜਾ ਕੁਝ ਹੁੰਦਾ ਹੈ ਉਸ ਨਾਲ ਕਿਸੇ ਮਨੁੱਖ ਦੇ ਕੰਮ ਤੇ ਫਰਕ ਪੈਂਦਾ ਹੈ। ਉਹ ਤੋਂ ਇਸ ਗੱਲ ਤੇ ਅਸਰ ਪੈਂਦਾ ਹੈ ਕਿ ਬੰਦਾ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਕਿਸ ਤਰ੍ਹਾਂ ਦਾ ਕੰਮ ਕਰੇਗਾ। ਜਿਹਦੀ ਨੌਕਰੀ ਤੋਂ ਬਾਹਰਲੀ ਜ਼ਿੰਦਗੀ ਰਚਨਾਤਮਕ ਹੈ ਉਸ ਬੰਦੇ ਤੋਂ ਜ਼ਿਆਦਾ ਸਫਲ ਹੋਏਗਾ ਜਿਹਦੀ ਘਰੇਲੂ ਜ਼ਿੰਦਗੀ ਫਿੱਕੀ ਤੇ ਬੇਸੁਆਦੀ ਹੈ। ਅਸੀਂ ਪਾਰੰਪਰਿਕ ਢੰਗ ਨਾਲ ਦੋ ਸਾਥੀ ਵਰਕਰ ਜੌਨ ਤੇ ਮਿਲਟਨ ਨੂੰ ਵੇਖੀਏ ਕਿ ਉਹ ਆਪਣਾ ਛੁੱਟੀ ਵਾਲਾ ਦਿਨ ਕਿਸ ਤਰ੍ਹਾਂ ਗੁਜ਼ਾਰਦੇ ਆ। ਇਹਦੇ ਕੀ ਨਤੀਜੇ ਹੁੰਦੇ ਆ। ਜੌਨ ਛੁੱਟੀ ਵਾਲੇ ਦਿਨ ਆਪਣੀ ਮਨੋਵਿਗਿਆਨਕ ਖੁਰਾਕ ਇਸ ਤਰ੍ਹਾਂ ਲੈਂਦਾ ਹੈ। ਆਮ ਤੌਰ ਤੇ ਇੱਕ ਸ਼ਾਮ ਉਹ ਆਪਣੀ ਚੁਣਿੰਦਾ ਦਿਲਚਸਪ ਦੋਸਤਾਂ ਨਾਲ ਗੁਜ਼ਾਰਦਾ ਹੈ। ਦੂਜੀ ਸ਼ਾਮ ਨੂੰ ਉਹ ਲੋਕ ਘੁੰਮਣ ਜਾਂਦੇ ਆ, ਸ਼ਾਇਦ ਕੋਈ ਫਿਲਮ ਦੇਖਦੇ ਆ, ਕਿਸੇ ਸਮਾਜਿਕ ਪ੍ਰੋਗਰਾਮ 'ਚ ਜਾਂਦੇ ਆ ਜਾਂ ਕਿਸੇ ਦੋਸਤ ਦੇ ਘਰ। ਜੌਨ ਸ਼ਨੀਚਰਵਾਰ ਦੀ ਸਵੇਰ ਬॉय ਸਕਾਊਟ ਵਰਕ ਚਲਾਉਂਦਾ ਹੈ। ਸ਼ਨੀਚਰਵਾਰ ਦੀ ਦੁਪਹਿਰ ਨੂੰ ਉਹ ਘਰ ਦੇ ਛੋਟੇ-ਮੋਟੇ ਕੰਮਾਂ ਨੂੰ ਮੁਕਾਉਂਦਾ ਹੈ। ਅਕਸਰ ਉਹ ਕਿਸੇ ਖਾਸ ਪ੍ਰੋਜੈਕਟ ਤੇ ਕੰਮ ਕਰਦਾ ਹੈ। ਹੁਣੇ ਉਹ ਪਿਛਵਾੜੇ ਇੱਕ ਵਿਹੜਾ ਬਣਾ ਰਿਹਾ ਹੈ। ਐਤਵਾਰ ਨੂੰ ਜੌਨ ਆਪਣੇ ਪਰਿਵਾਰ ਦੇ ਨਾਲ ਕੁਝ ਖਾਸ ਕਰਦਾ ਹੈ। ਹਾਲ ਹੀ ਵਿੱਚ ਇੱਕ ਐਤਵਾਰ ਨੂੰ ਲੋਕ ਪਹਾੜ ਤੇ ਚੜ੍ਹਨ ਲਈ ਗਏ। ਦੂਜੇ ਐਤਵਾਰ ਨੂੰ ਉਹ ਮਿਊਜ਼ੀਅਮ ਘੁੰਮਣ ਗਏ। ਕਦੇ-ਕਦਾਈ ਉਹ ਆਸ-ਪਾਸ ਦੇ ਪਿੰਡ 'ਚ ਪਿਕਨਿਕ ਮਨਾਉਣ ਚਲੇ ਜਾਂਦੇ ਹੈ ਕਿਉਂਕਿ ਜੌਨ ਭਵਿੱਖ ਵਿੱਚ ਪਿੰਡ ਅੰਦਰ ਜ਼ਮੀਨ ਜਾਇਦਾਦ ਖਰੀਦਣਾ ਚਾਹੁੰਦਾ ਹੈ। ਐਤਵਾਰ ਦੀ ਸ਼ਾਮ ਸ਼ਾਂਤੀ ਨਾਲ ਗੁਜ਼ਰਦੀ ਹੈ। ਜੌਨ ਆਮ ਤੌਰ ਤੇ ਕੋਈ ਕਿਤਾਬ ਪੜ੍ਹਦਾ ਹੈ ਜਾਂ ਫਿਰ ਉਹ ਸਮਾਚਾਰ ਸੁਣਦਾ ਹੈ। ਜੌਨ ਦੇ ਛੁੱਟੀ ਵਾਲੇ ਦਿਨ ਵਿਅਸਤ ਤੇ ਸੁਨਿਯੋਜਿਤ ਰਹਿੰਦੇ ਹੈ। ਕਈ ਤਰ੍ਹਾਂ ਦੀਆਂ ਰੌਚਕ ਗਤੀਵਿਧੀਆਂ ਦੇ ਕਾਰਨ ਬੋਰੀਅਤ ਦਾ ਸਵਾਲ ਹੀ ਨਹੀਂ ਉੱਠਦਾ। ਜੌਨ ਨੂੰ ਕਾਫੀ ਮਨੋਵਿਗਿਆਨਕ ਊਰਜਾ ਮਿਲ ਜਾਂਦੀ ਹੈ। ਮਿਲਟਨ ਦੀ ਮਨੋਵਿਗਿਆਨਕ ਖੁਰਾਕ ਜੌਨ ਦੀ ਤੁਲਨਾ 'ਚ ਘੱਟ ਸੰਤੁਲਿਤ ਹੈ। ਉਹਦੀ ਛੁੱਟੀ ਵਾਲੇ ਦਿਨ ਕੋਈ ਯੋਜਨਾ ਨਹੀਂ ਹੁੰਦੀ। ਮਿਲਟਨ ਆਮ ਕਰਕੇ ਸ਼ੁੱਕਰਵਾਰ ਦੀ ਰਾਤ ਥੱਕਿਆ ਹੋਇਆ ਹੁੰਦਾ ਹੈ, ਪਰ ਉਹ ਆਪਣੀ ਪਤਨੀ ਨੂੰ ਰਸਮੀ ਤੌਰ ਤੇ ਪੁੱਛ ਲੈਂਦਾ ਹੈ। ਕੁਝ ਕਰਨ ਦਾ ਇਰਾਦਾ ਤਾਂ ਨਹੀਂ, ਪਰ ਯੋਜਨਾ ਉੱਥੇ ਹੀ ਖਤਮ ਹੋ ਜਾਂਦੀ ਹੈ। ਮਿਲਟਨ ਤੇ ਉਹਦੀ ਪਤਨੀ ਕਦੇ-ਕਦਾਈ ਕਿਤੇ ਆਉਂਦੇ ਜਾਂਦੇ ਹਨ। ਮਿਲਟਨ ਸ਼ਨੀਚਰਵਾਰ ਦੀ ਸਵੇਰ ਨੂੰ ਦੇਰ ਤਾਈਂ ਸੌਂਦਾ ਹੈ। ਬਾਕੀ ਦਿਨ ਕਿਸੇ ਨਾ ਕਿਸੇ ਕੰਮ 'ਚ ਉਲਝਿਆ ਰਹਿੰਦਾ ਹੈ। ਸ਼ਨੀਚਰਵਾਰ ਦੀ ਰਾਤ ਨੂੰ ਮਿਲਟਨ ਤੇ ਉਹਦਾ ਪਰਿਵਾਰ ਆਮ ਕਰਕੇ ਫਿਲਮ ਦੇਖਣ ਜਾਂਦਾ ਹੈ ਜਾਂ ਟੀਵੀ ਦੇਖਦਾ ਹੈ। ਹੋਰ ਕਰਨ ਵਾਸਤੇ ਹੈ ਹੀ ਕੀ। ਤੇ ਮਿਲਟਨ ਐਤਵਾਰ ਦੀ ਸਵੇਰ ਦਾ ਜ਼ਿਆਦਾਤਰ ਹਿੱਸਾ ਬਿਸਤਰੇ ਤੇ ਗੁਜ਼ਾਰਦਾ ਹੈ। ਐਤਵਾਰ ਦੀ ਦੁਪਹਿਰ ਉਹ ਲੋਕ ਬਿਲ ਤੇ ਮੈਰੀ ਦੇ ਘਰ ਜਾਂਦੇ ਹੈ ਜਾਂ ਫਿਰ ਮੈਰੀ ਜਾਂ ਬਿਲ ਉਹਨਾਂ ਦੇ ਘਰ ਆਉਂਦੇ ਹੈ। ਬਿਲ ਤੇ ਮੈਰੀ ਵੀ ਇਹੋ ਜਿਹਾ ਇਕੱਲਾ ਜੋੜਾ ਹੈ ਜਿਨ੍ਹਾਂ ਦੇ ਘਰ ਮਿਲਟਨ ਤੇ ਉਹਦੀ ਪਤਨੀ ਨਿਯਮਿਤ ਤੌਰ ਤੇ ਆਉਂਦੇ ਜਾਂਦੇ ਹੈ। ਮਿਲਟਨ ਦਾ ਪੂਰਾ ਛੁੱਟੀ ਵਾਲਾ ਦਿਨ ਬੋਰੀਅਤ ਭਰੇ ਹੁੰਦੇ ਆ। ਐਤਵਾਰ ਦੀ ਰਾਤ ਤੱਕ ਪੂਰੇ ਪਰਿਵਾਰ 'ਚ ਤਣਾਅ ਵਰਗਾ ਕੁਝ ਛਾ ਜਾਂਦਾ ਹੈ। ਉਹਨਾਂ 'ਚ ਕੋਈ ਲੜਾਈ ਝਗੜਾ ਤਾਂ ਨਹੀਂ ਹੁੰਦਾ, ਪਰ ਘੰਟਿਆਂ ਬੱਧੀ ਮਨੋਵਿਗਿਆਨਕ ਜੰਗ ਚੱਲਦੀ ਰਹਿੰਦੀ ਹੈ। ਮਿਲਟਨ ਦਾ ਛੁੱਟੀ ਵਾਲਾ ਦਿਨ ਉਜਾੜ, ਨਿਰਾਸ਼ਾਜਨਕ, ਬੋਰੀਅਤ ਭਰਿਆ ਹੁੰਦਾ ਹੈ। ਮਿਲਟਨ ਨੂੰ ਕੋਈ ਮਨੋਵਿਗਿਆਨਕ ਊਰਜਾ ਨਹੀਂ ਮਿਲਦੀ। ਹੁਣ ਇਹਨਾਂ ਦੇ ਘਰੇਲੂ ਵਾਤਾਵਰਨ ਦਾ ਜੌਨ ਤੇ ਮਿਲਟਨ ਤੇ ਕੀ ਅਸਰ ਹੋਏਗਾ? ਕੁਝ ਹਫ਼ਤਿਆਂ ਤਾਈਂ ਤਾਂ ਸ਼ਾਇਦ ਇਹਦਾ ਅਸਰ ਸਾਨੂੰ ਨਾ ਨਜ਼ਰ ਆਏ, ਲੇਕਿਨ ਜੇ ਸਿਲਸਿਲਾ ਮਹੀਨਿਆਂ ਜਾਂ ਸਾਲਾਂ ਤੱਕ ਚੱਲਦਾ ਰਿਹਾ ਤਾਂ ਉਹਦਾ ਅਸਰ ਸਾਫ਼ ਨਜ਼ਰ ਆਏਗਾ। ਜੌਨ ਨੂੰ ਆਪਣੇ ਇਸ ਮਾਹੌਲ ਤੋਂ ਤਾਜ਼ਗੀ ਮਿਲਦੀ ਹੈ, ਊਰਜਾ ਮਿਲਦੀ ਹੈ, ਨਵੇਂ-ਨਵੇਂ ਵਿਚਾਰ ਮਿਲਦੇ ਹੈ। ਉਹਦੀ ਸੋਚ ਵਿਆਪਕ ਹੁੰਦੀ ਹੈ। ਉਹ ਉਸ ਐਥਲੀਟ ਵਾਂਗ ਹੈ ਜਿਹੜਾ ਵਿਟਾਮਿਨ ਦੀਆਂ ਗੋਲੀਆਂ ਖਾ ਰਿਹਾ ਹੈ। ਮਿਲਟਨ ਦਾ ਮਾਹੌਲ ਇਹੋ ਜਿਹਾ ਹੈ ਜਿਹੜਾ ਉਹਨੂੰ ਮਨੋਵਿਗਿਆਨਕ ਤੌਰ ਤੇ ਭੁੱਖਾ ਰੱਖ ਰਿਹਾ ਹੈ। ਉਹਦਾ ਸੋਚਣ ਦਾ ਯੰਤਰ ਖਰਾਬ ਹੋ ਰਿਹਾ ਹੈ। ਉਸ ਐਥਲੀਟ ਵਾਂਗ ਹੈ ਜਿਹਨੂੰ ਕੈਂਡੀ ਤੇ ਬੀਅਰ ਦਿੱਤੀ ਜਾ ਰਹੀ ਹੈ। ਜੌਨ ਤੇ ਮਿਲਟਨ ਅੱਜ ਇੱਕ ਹੀ ਸਤਰ ਤੇ ਹੋ ਸਕਦੇ ਆ, ਪਰ ਅੱਗੇ ਆਉਣ ਵਾਲੇ ਸਾਲਾਂ 'ਚ ਦੋਨਾਂ ਦਾ ਫਾਸਲਾ ਵੱਧਦਾ ਜਾਏਗਾ। ਜੌਨ ਮਿਲਟਨ ਦੀ ਤੁਲਨਾ 'ਚ ਕਾਫੀ ਅੱਗੇ ਨਿਕਲ ਜਾਏਗਾ। ਮਖੌਲੀਏ ਲੋਕ ਕਹਿਣਗੇ ਸ਼ਾਇਦ ਇਸ ਵਾਸਤੇ ਕਿ ਜੌਨ 'ਚ ਮਿਲਟਨ ਤੋਂ ਜ਼ਿਆਦਾ ਦਮ ਹੈ, ਪਰ ਗੱਲ ਇਹ ਨਹੀਂ ਹੈ। ਗੱਲ ਤਾਂ ਇਹ ਹੈ ਕਿ ਇਹਨਾਂ ਦੋਨਾਂ ਦੇ ਦਿਮਾਗ ਨੂੰ, ਇਹਨਾਂ ਦੇ ਵਾਤਾਵਰਨ ਨੇ ਜਿਹੜੀ ਮਨੋਵਿਗਿਆਨਕ ਖੁਰਾਕ ਦਿੱਤੀ ਹੈ, ਉਹਦਾ ਅਸਰ ਉਹਨਾਂ ਦੀਆਂ ਨੌਕਰੀਆਂ ਤੇ ਤਾਂ ਹੋਣਾ ਹੀ ਹੈ।
ਹਰ ਕਿਸਾਨ ਜਾਣਦਾ ਜੇ ਉਹ ਖੇਤ ਵਿੱਚ ਖਾਦ ਪਾਏਗਾ ਤਾਂ ਫਸਲ ਜ਼ਿਆਦਾ ਹੋਏਗੀ। ਜੇ ਅਸੀਂ ਵਧੀਆ ਨਤੀਜੇ ਪਾਉਣਾ ਚਾਹੁੰਦੇ ਹਾਂ ਤਾਂ ਸਾਡੀ ਸੋਚ ਨੂੰ ਵੀ ਵਾਧੂ ਪੋਸ਼ਣ ਦੀ ਲੋੜ ਹੋਏਗੀ। ਮੇਰੀ ਪਤਨੀ ਤੇ ਮੈਂ ਪਿਛਲੇ ਮਹੀਨੇ ਇੱਕ ਡਿਪਾਰਟਮੈਂਟ ਸਟੋਰ ਦੇ ਮਾਲਕ ਦੀ ਪਾਰਟੀ 'ਚ ਗਏ। ਮੇਰੀ ਪਤਨੀ ਤੇ ਮੈਂ ਉਸ ਨਾਲ ਗੱਲਾਂ ਕਰਨ ਲਈ ਥੋੜੀ ਦੇਰ ਰੁਕ ਗਏ, ਜਦਕਿ ਬਾਕੀ ਲੋਕ ਉੱਥੋਂ ਚਲੇ ਗਏ। ਮੈਂ ਸਟੋਰ ਦੇ ਮਾਲਕ ਨੂੰ ਪੁੱਛਿਆ, ਸ਼ਾਮ ਤੋਂ ਹੀ ਮੈਂ ਤੁਹਾਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਸੀ ਕਿ ਤੁਸੀਂ ਸਾਨੂੰ ਇਸ ਪਾਰਟੀ 'ਚ ਕਿਉਂ ਸੱਦਿਆ। ਮੈਨੂੰ ਆਸ ਸੀ ਕਿ ਇੱਥੇ ਤੁਹਾਡੇ ਪ੍ਰੋਫੈਸ਼ਨ ਨਾਲ ਸੰਬੰਧਿਤ ਲੋਕ ਹੀ ਹੋਣਗੇ, ਪਰ ਤੁਹਾਡੇ ਮਹਿਮਾਨ ਤਾਂ ਵੱਖਰੇ-ਵੱਖਰੇ ਕਾਰੋਬਾਰ ਨਾਲ ਸੰਬੰਧਿਤ ਹੈ। ਕੋਈ ਲੇਖਕ ਸੀ, ਕੋਈ ਡਾਕਟਰ, ਕੋਈ ਇੰਜੀਨੀਅਰ, ਕੋਈ ਅਕਾਊਂਟੈਂਟ ਜਾਂ ਕੋਈ ਟੀਚਰ। ਉਹ ਮੁਸਕਰਾਇਆ। ਅਸੀਂ ਆਮ ਕਰਕੇ ਆਪਣੇ ਪ੍ਰੋਫੈਸ਼ਨ ਦੇ ਲੋਕਾਂ ਨੂੰ ਪਾਰਟੀ ਦਿੰਦੇ ਹਾਂ, ਪਰ ਹੈਲਨ ਤੇ ਮੈਂ ਇਹ ਵੀ ਪਸੰਦ ਕਰਦੇ ਹਾਂ ਕਿ ਅਸੀਂ ਇਹੋ ਜਿਹੇ ਲੋਕਾਂ ਨੂੰ ਵੀ ਮਿਲੀਏ ਜਿਨ੍ਹਾਂ ਦਾ ਪ੍ਰੋਫੈਸ਼ਨ ਅਲੱਗ ਹੋਵੇ। ਮੈਨੂੰ ਲੱਗਦਾ ਜੇ ਅਸੀਂ ਕੇਵਲ ਆਪਣੇ ਹੀ ਕਾਰੋਬਾਰ ਦੇ ਲੋਕਾਂ ਨੂੰ ਮਿਲਾਂ ਜੁਲਾਂਗੇ ਤਾਂ ਸਾਡੀ ਦਿਮਾਗੀ ਸੋਚ ਛੋਟੀ ਹੋ ਜਾਏਗੀ। ਇਹਦੇ ਇਲਾਵਾ ਉਹਨੇ ਅੱਗੇ ਕਿਹਾ ਕਿ ਮੇਰਾ ਬਿਜ਼ਨਸ ਲੋਕਾਂ ਨਾਲ ਜੁੜਿਆ ਹੋਇਆ ਬਿਜ਼ਨਸ ਹੈ। ਹਰ ਦਿਨ ਹਰ ਪ੍ਰੋਫੈਸ਼ਨ ਦੇ ਹਜ਼ਾਰਾਂ ਲੋਕ ਮੇਰੇ ਸਟੋਰ 'ਚੋਂ ਸਮਾਨ ਖਰੀਦਦੇ ਆ। ਦੂਜੇ ਲੋਕਾਂ ਦੇ ਬਾਰੇ ਮੈਂ ਜਿੰਨਾ ਜ਼ਿਆਦਾ ਜਾਣ ਸਕਾਂਗਾ, ਉਹਨਾਂ ਦੇ ਵਿਚਾਰ, ਉਹਨਾਂ ਦੀਆਂ ਰੁਚੀਆਂ, ਉਹਨਾਂ ਦਾ ਨਜ਼ਰੀਆ, ਮੈਨੂੰ ਉਨਾ ਹੀ ਜ਼ਿਆਦਾ ਫਾਇਦਾ ਹੋਏਗਾ, ਕਿਉਂਕਿ ਮੈਂ ਉਹਨਾਂ ਨੂੰ ਉਸੇ ਤਰ੍ਹਾਂ ਦੀ ਸਰਵਿਸ ਤੇ ਸਮਾਨ ਦੇ ਪਾਵਾਂਗਾ ਜਿਹੜਾ ਉਹ ਚਾਹੁੰਦੇ ਆ। ਕੁਝ ਅਸੂਲਾਂ ਦਾ ਪਾਲਣ ਕਰਕੇ ਤੁਸੀਂ ਵੀ ਆਪਣੇ ਸਮਾਜਿਕ ਵਾਤਾਵਰਨ ਨੂੰ ਫਸਟ ਕਲਾਸ ਬਣਾ ਸਕਦੇ ਹੋ। ਨਵੇਂ ਸਮੂਹਾਂ ਵਿੱਚ ਜਾਓ। ਆਪਣੀਆਂ ਸਮਾਜਿਕ ਗਤੀਵਿਧੀਆਂ ਨੂੰ ਕਿਸੇ ਛੋਟੇ ਸਮੂਹ ਨਾਲ ਸੀਮਿਤ ਰੱਖਣ ਨਾਲ ਬੋਰੀਅਤ ਤੇ ਨਾਰਾਜ਼ਗੀ ਹੁੰਦੀ ਹੈ। ਨਾਲ ਇਹ ਵੀ ਮਹੱਤਵਪੂਰਨ ਹੈ ਕਿ ਸਫਲਤਾ ਵਾਸਤੇ ਲੋਕਾਂ ਨੂੰ ਸਮਝਣਾ ਜ਼ਰੂਰੀ ਹੈ। ਹਰ ਤਰ੍ਹਾਂ ਦੇ ਲੋਕਾਂ ਬਾਰੇ ਜਾਣੋ, ਉਹਨਾਂ ਤੋਂ ਸਿੱਖੋ, ਉਹਨਾਂ ਦਾ ਅਧਿਐਨ ਕਰੋ। ਕੇਵਲ ਇੱਕ ਸਮੂਹ ਦਾ ਅਧਿਐਨ ਕਰਕੇ ਲੋਕਾਂ ਦੇ ਬਾਰੇ ਜਾਣਕਾਰੀ ਹਾਸਲ ਕਰਨ ਦਾ ਵਿਚਾਰ ਉਸੇ ਤਰ੍ਹਾਂ ਜਿਵੇਂ ਇੱਕ ਨਿੱਕੀ ਜਿਹੀ ਕਿਤਾਬ ਨੂੰ ਪੜ੍ਹ ਕੇ ਗਣਿਤ ਦੇ ਮਾਹਰ ਬਣਨ ਦਾ ਵਿਚਾਰ ਹੋਵੇ। ਨਵੇਂ ਦੋਸਤ ਬਣਾਓ, ਨਵੇਂ ਸੰਗਠਨਾਂ 'ਚ ਸ਼ਾਮਲ ਹੋਵੋ, ਆਪਣੇ ਸਮਾਜਿਕ ਦਾਇਰੇ ਨੂੰ ਹੋਰ ਵਧਾਓ। ਇਹ ਤੋਂ ਇਲਾਵਾ ਵੱਖਰੇ-ਵੱਖਰੇ ਲੋਕਾਂ ਨੂੰ ਮਿਲਣ ਨਾਲ ਤੁਹਾਡੇ ਜੀਵਨ ਦਾ ਆਨੰਦ ਵੱਧ ਜਾਂਦਾ ਹੈ, ਤੁਹਾਡੀ ਸੋਚ ਵਿਆਪਕ ਹੁੰਦੀ ਹੈ, ਤੁਹਾਡੇ ਦਿਮਾਗ ਲਈ ਵਧੀਆ ਖੁਰਾਕ ਹੈ। ਦੂਸਰਾ, ਇਹੋ ਜਿਹੇ ਦੋਸਤ ਚੁਣੋ ਜਿਨ੍ਹਾਂ ਦੇ ਵਿਚਾਰ ਤੁਹਾਡੇ ਤੋਂ ਵੱਖਰੇ ਹੋਣ। ਅੱਜ ਦੇ ਅਜੋਕੇ ਯੁੱਗ ਵਿੱਚ ਤੰਗ ਦਿਲ ਵਿਚਾਰਧਾਰਾ ਦੇ ਬੰਦੇ ਦਾ ਭਵਿੱਖ ਬਹੁਤਾ ਉੱਜਲ ਨਹੀਂ ਹੁੰਦਾ। ਜ਼ਿੰਮੇਦਾਰੀ ਦੇ ਮਹੱਤਵਪੂਰਨ ਅਹੁਦੇ ਉਸ ਬੰਦੇ ਨੂੰ ਮਿਲਦੇ ਆ ਜਿਹੜੇ ਦੋਨੋਂ ਪਹਿਲੂਆਂ ਨੂੰ ਵੇਖ ਸਕਦਾ ਹੈ। ਜੇ ਤੁਸੀਂ ਰਿਪਬਲਿਕਨ ਹੋ, ਤੁਹਾਡੇ ਕੁਝ ਦੋਸਤ ਡੈਮੋਕ੍ਰੇਟ ਹੋਣੇ ਚਾਹੀਦੇ ਆ। ਜੇ ਤੁਸੀਂ ਡੈਮੋਕ੍ਰੇਟ ਹੋ ਤਾਂ ਕੁਝ ਦੋਸਤ ਰਿਪਬਲਿਕ। ਦੂਜੇ ਧਰਮ ਦੇ ਲੋਕਾਂ ਨੂੰ ਮਿਲੋ, ਆਪਣੇ ਤੋਂ ਪੁੱਠੇ ਸੁਭਾਅ ਦੇ ਲੋਕਾਂ ਨਾਲ ਦੋਸਤੀ ਕਰੋ, ਪਰ ਇਸ ਗੱਲ ਨੂੰ ਪੱਕਾ ਕਰ ਲਓ ਕਿ ਉਹਨਾਂ ਦੀ ਮਾਨਸਿਕ ਸੋਚ ਵੀ ਅਗਾਂਹ-ਵਧੂ ਹੋਵੇ, ਉਹਨਾਂ 'ਚ ਸਫਲਤਾ ਦੀ ਚਾਹ ਹੋਵੇ। ਤੀਜਾ, ਇਹੋ ਜਿਹੇ ਦੋਸਤ ਚੁਣੋ ਜਿਹੜੇ ਨਿੱਕੀਆਂ ਮਹੱਤਵਪੂਰਨ ਗੱਲਾਂ ਤੋਂ ਉੱਤੇ ਉੱਠ ਸਕਦੇ ਹੋਣ। ਜਿਹੜੇ ਲੋਕ ਤੁਹਾਡੇ ਵਿਚਾਰਾਂ ਜਾਂ ਤੁਹਾਡੀ ਚਰਚਾ ਦੀ ਬਜਾਏ ਤੁਹਾਡੇ ਘਰ ਦਾ ਸਮਾਨ ਜਾਂ ਸਜਾਵਟ 'ਚ ਦਿਲਚਸਪੀ ਲੈਂਦੇ ਹੋਣ, ਉਹ ਛੋਟੀ ਸੋਚ ਵਾਲੇ ਲੋਕ ਹੁੰਦੇ ਆ। ਆਪਣੇ ਮਨੋਵਿਗਿਆਨੀ ਮਾਹੌਲ ਦੀ ਰੱਖਿਆ ਕਰੋ। ਇਹੋ ਜਿਹੇ ਦੋਸਤ ਚੁਣੋ ਜਿਹੜੇ ਸਕਾਰਾਤਮਕ ਚੀਜ਼ਾਂ 'ਚ ਦਿਲਚਸਪੀ ਰੱਖਦੇ ਹੋਣ। ਇਹੋ ਜਿਹੇ ਦੋਸਤ ਚੁਣੋ ਜਿਹੜੇ ਤੁਹਾਨੂੰ ਸੱਚਮੁੱਚ ਸਫਲ ਵੇਖਣਾ ਚਾਹੁੰਦੇ ਹੋਣ। ਇਹੋ ਜਿਹੇ ਦੋਸਤ ਬਣਾਓ ਜਿਹੜੇ ਤੁਹਾਡੀਆਂ ਯੋਜਨਾਵਾਂ ਤੇ ਆਦਰਸ਼ਾਂ 'ਚ ਉਤਸ਼ਾਹ ਭਰਦੇ ਨੇ। ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ, ਜੇਕਰ ਤੁਸੀਂ ਘਟੀਆ ਸੋਚ ਵਾਲਿਆਂ ਨੂੰ ਆਪਣਾ ਸਭ ਤੋਂ ਪੱਕਾ ਦੋਸਤ ਬਣਾਉਂਦੇ ਹੋ ਤਾਂ ਤੁਸੀਂ ਵੀ ਹੌਲੀ-ਹੌਲੀ ਘਟੀਆ ਚਿੰਤਕ 'ਚ ਬਦਲ ਜਾਓਗੇ। ਸਾਡੇ ਦੇਸ਼ 'ਚ ਜ਼ਹਿਰ ਦਾ ਬੜਾ ਧਿਆਨ ਰੱਖਿਆ ਜਾਂਦਾ ਹੈ, ਸਰੀਰਕ ਜ਼ਹਿਰ ਦਾ। ਹਰ ਰੈਸਟੋਰੈਂਟ ਫੂਡ ਪੋਇਜ਼ਨਿੰਗ ਦੇ ਬਾਰੇ ਚੌਕਸ ਰਹਿੰਦਾ ਹੈ। ਜੇ ਕਿਸੇ ਰੈਸਟੋਰੈਂਟ 'ਚ ਇਹੋ ਜਿਹੇ 1-2 ਮਾਮਲੇ ਹੋ ਜਾਣ ਤਾਂ ਫਿਰ ਗਾਹਕ ਉੱਥੇ ਜਾਣਾ ਛੱਡ ਦਿੰਦਾ ਹੈ। ਸਾਡੇ ਇੱਥੇ ਸੈਂਕੜੇ ਕਾਨੂੰਨ ਹਨ ਜਿਨ੍ਹਾਂ ਰਾਹੀਂ ਜਨਤਾ ਨੂੰ ਸੈਂਕੜੇ ਪ੍ਰਕਾਰ ਦੇ ਸਰੀਰਕ ਜ਼ਹਿਰ ਤੋਂ ਸੁਰੱਖਿਆ ਦਿੱਤੀ ਜਾਂਦੀ ਹੈ। ਸਾਨੂੰ ਜ਼ਹਿਰ ਨੂੰ ਬੱਚਿਆਂ ਤੋਂ ਦੂਰ ਰੱਖਣਾ ਚਾਹੀਦਾ ਹੈ। ਅਸੀਂ ਸਰੀਰਕ ਜ਼ਹਿਰ ਤੋਂ ਬਚਣ ਦੀ ਖਾਤਰ ਹਰ ਸੰਭਵ ਉਪਰਾਲਾ ਕਰਦੇ ਹਾਂ। ਸਾਨੂੰ ਇਸ ਤਰ੍ਹਾਂ ਕਰਨਾ ਵੀ ਚਾਹੀਦਾ ਹੈ। ਪਰ ਇੱਕ ਹੋਰ ਤਰ੍ਹਾਂ ਦਾ ਜ਼ਹਿਰ ਹੁੰਦਾ ਹੈ ਜਿਹੜਾ ਸ਼ਾਇਦ ਸਰੀਰਕ ਜ਼ਹਿਰ ਤੋਂ ਥੋੜਾ ਜ਼ਿਆਦਾ ਹਾਨੀਕਾਰਕ ਹੁੰਦਾ ਹੈ, ਵਿਚਾਰਾਂ ਦਾ ਜ਼ਹਿਰ, ਜਿਹਨੂੰ ਗੱਪ-ਸ਼ੱਪ ਕਿਹਾ ਜਾਂਦਾ ਹੈ। ਵਿਚਾਰਾਂ ਦੇ ਜ਼ਹਿਰ ਤੇ ਸਰੀਰਕ ਜ਼ਹਿਰ 'ਚ 2 ਫਰਕ ਹੁੰਦੇ ਆ। ਵਿਚਾਰਕ ਜ਼ਹਿਰ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ, ਸਰੀਰ ਨੂੰ ਨਹੀਂ, ਤੇ ਇਸ ਤੋਂ ਇਲਾਵਾ ਇਹ ਜ਼ਿਆਦਾ ਸੂਖਮ ਹੁੰਦਾ ਹੈ। ਜਿਸ ਬੰਦੇ ਨੂੰ ਵਿਚਾਰਕ ਜ਼ਹਿਰ ਦਿੱਤਾ ਜਾ ਰਿਹਾ, ਆਮ ਤੌਰ ਤੇ ਉਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਚੱਲਦਾ। ਵਿਚਾਰਕ ਜ਼ਹਿਰ ਸੂਖਮ ਹੁੰਦਾ ਹੈ, ਪਰ ਇਸ ਨਾਲ ਵੱਡੀਆਂ ਚੀਜ਼ਾਂ ਹੋ ਜਾਂਦੀਆਂ। ਇਹ ਸਾਡੀ ਸੋਚ ਦੇ ਆਕਾਰ ਨੂੰ ਘਟਾਉਂਦਾ ਹੈ, ਕਿਉਂਕਿ ਅਸੀਂ ਆਪਣੀ ਸੋਚ ਨੂੰ ਛੋਟੀਆਂ ਮਹੱਤਵਹੀਣ ਗੱਲਾਂ ਤੇ ਕੇਂਦਰਿਤ ਕਰਨ ਲੱਗਦੇ ਹਾਂ। ਇਹ ਲੋਕਾਂ ਦੇ ਬਾਰੇ ਸਾਡੀ ਸੋਚ ਨੂੰ ਉਥਲਾ ਤੇ ਘਟੀਆ ਕਰ ਦਿੰਦਾ ਹੈ, ਕਿਉਂਕਿ ਇਸ ਵਿੱਚ ਤੱਥਾਂ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਇਹ ਸਾਡੇ ਅੰਦਰ ਅਪਰਾਧ ਬੋਧ ਵੀ ਪੈਦਾ ਕਰਦਾ ਹੈ, ਜਿਹੜਾ ਤਦ ਸਾਫ਼ ਦਿਖਾਈ ਦੇ ਜਾਂਦਾ ਜਦੋਂ ਅਸੀਂ ਉਸ ਬੰਦੇ ਦੇ ਸਾਹਮਣੇ ਆਉਂਦੇ ਹਾਂ
ਜਿਹਦੇ ਬਾਰੇ ਗੱਪਸ਼ਪ ਕੀਤੀ ਜਾ ਰਹੀ ਹੈ। ਵਿਚਾਰਕ ਜ਼ਹਿਰ 'ਚ ਸਹੀ ਸੋਚ 0% ਹੁੰਦੀ ਹੈ ਤੇ 100% ਗਲਤ ਸੋਚ। ਇਹ ਗੱਲ ਠੀਕ ਨਹੀਂ ਕਿ ਕੇਵਲ ਔਰਤਾਂ ਹੀ ਗੱਪਸ਼ਪ 'ਚ ਮਜ਼ਾ ਲੈਂਦੀਆਂ। ਹਰ ਦਿਨ ਬਹੁਤ ਸਾਰੇ ਬੰਦੇ ਗੱਪਸ਼ਪ ਕਰਦੇ ਵਿਚਾਰਕ ਜ਼ਹਿਰ ਦੇ ਮਾਹੌਲ 'ਚ ਰਹਿੰਦੇ ਨਜ਼ਰ ਆਉਂਦੇ ਆ। ਹਰ ਦਿਨ ਹਜ਼ਾਰਾਂ ਗੱਪਾਂ ਹੁੰਦੀਆਂ ਜਿਨ੍ਹਾਂ ਦਾ ਵਿਸ਼ਾ ਹੁੰਦਾ ਹੈ ਬੌਸ ਦੀਆਂ ਵਿਹਾਰਕ ਜਾਂ ਆਰਥਿਕ ਪਰੇਸ਼ਾਨੀਆਂ, ਮੁਸ਼ਕਲਾਂ, ਬਿੱਲ ਦੀ, ਬਿਜ਼ਨਸ 'ਚ ਅੱਗੇ ਨਿਕਲਣ ਲਈ ਜੋੜ ਤੋੜ, ਜਾਨ ਦੇ ਟ੍ਰਾਂਸਫਰ ਦੀ ਸੰਭਾਵਨਾ, ਟੌਮ ਨੂੰ ਪ੍ਰਮੋਸ਼ਨ ਦਿੱਤੇ ਜਾਣ ਦੇ ਪਿੱਛੇ ਛਿਪੇ ਕਾਰਨ, ਉਹਨਾਂ ਨੇ ਨਵੇਂ ਬੰਦੇ ਨੂੰ ਕਿਉਂ ਰੱਖਿਆ। ਗੱਪਸ਼ਪ ਇਸ ਤਰ੍ਹਾਂ ਚੱਲਦੀ ਹੈ। ਮੈਂ ਸੁਣਿਆ ਨਹੀਂ, ਕਿਉਂ? ਇਸ ਨਾਲ ਮੈਨੂੰ ਹੈਰਾਨੀ ਨਹੀਂ ਹੋਈ। ਉਹਦੇ ਨਾਲ ਤੇ ਹੋਣਾ ਹੀ ਸੀ, ਕਿਸੇ ਨੂੰ ਦੱਸਣਾ ਨਹੀਂ, ਇਹ ਰਾਜ਼ ਦੀ ਗੱਲ ਹੈ। ਗੱਲਬਾਤ ਸਾਡੇ ਮਨੋਵਿਗਿਆਨਕ ਮਾਹੌਲ ਦਾ ਇੱਕ ਬਹੁਤ ਵੱਡਾ ਹਿੱਸਾ ਹੈ। ਕੁਝ ਚਰਚਾਵਾਂ ਸਿਹਤਮੰਦ ਹੁੰਦੀਆਂ ਉਹਨਾਂ ਤੋਂ ਤੁਹਾਨੂੰ ਹੱਲਾਸ਼ੇਰੀ ਮਿਲਦੀ ਹੈ। ਤੁਹਾਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਤੁਸੀਂ ਬਸੰਤ ਦੀ ਨਿੱਘੀ ਧੁੱਪ 'ਚ ਟਹਿਲ ਰਹੇ ਹੋ। ਕੁਝ ਚਰਚਾਵਾਂ ਨਾਲ ਤੁਹਾਨੂੰ ਜੇਤੂ ਹੋਣ ਦਾ ਅਹਿਸਾਸ ਹੁੰਦਾ ਹੈ। ਪਰ ਕਈ ਵਾਰ ਚਰਚਾ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਤੁਸੀਂ ਕਿਸੇ ਜ਼ਹਿਰੀਲੇ ਰੇਡੀਓ ਐਕਟਿਵ ਬਦਲਾਂ ਵਿੱਚੋਂ ਗੁਜ਼ਰ ਰਹੇ ਹੋ। ਇਸ ਨਾਲ ਤੁਹਾਨੂੰ ਬਿਮਾਰੀ ਦਾ ਅਹਿਸਾਸ ਹੋਣ ਲੱਗਦਾ ਹੈ। ਇਹ ਤੋਂ ਤੁਸੀਂ ਹਾਰੇ ਹੋਏ ਮਹਿਸੂਸ ਕਰਨ ਲੱਗਦੇ ਹੋ। ਗੱਪ-ਸ਼ਪ ਲੋਕਾਂ ਦੇ ਬਾਰੇ ਨਕਾਰਾਤਮਕ ਚਰਚਾਵਾਂ ਹਨ ਤੇ ਵਿਚਾਰਕ ਜ਼ਹਿਰ ਦਾ ਸ਼ਿਕਾਰ ਬੰਦਾ ਇਹ ਸਮਝਦਾ ਹੈ ਕਿ ਉਹਨੂੰ ਇਸ 'ਚ ਮਜ਼ਾ ਆ ਰਿਹਾ ਹੈ। ਉਹ ਲੋਕਾਂ ਦੇ ਬਾਰੇ ਨਕਾਰਾਤਮਕ ਗੱਲਾਂ ਸੋਚ ਕੇ ਇੱਕ ਪ੍ਰਕਾਰ ਦਾ ਜ਼ਹਿਰੀਲਾ ਆਨੰਦ ਲੈਂਦਾ ਹੈ। ਉਹ ਇਹ ਸਮਝ ਹੀ ਨਹੀਂ ਪਾਉਂਦਾ ਕਿ ਇਸ ਤਰ੍ਹਾਂ ਕਰਨ ਨਾਲ ਉਹ ਸਫਲ ਲੋਕਾਂ ਦੀਆਂ ਨਜ਼ਰਾਂ 'ਚ ਲਗਾਤਾਰ ਛੋਟਾ ਹੁੰਦਾ ਜਾ ਰਿਹਾ ਹੈ। ਉਹਨਾਂ ਦਾ ਉਸ ਤੋਂ ਭਰੋਸਾ ਘਟਦਾ ਜਾ ਰਿਹਾ ਹੈ। ਇੱਕ ਵਾਰ ਜਦੋਂ ਮੈਂ ਤੇ ਮੇਰਾ ਦੋਸਤ ਬੈਂਜਾਮਿਨ ਫਰੈਂਕਲਿਨ ਦੇ ਬਾਰੇ ਚਰਚਾ ਕਰ ਰਹੇ ਸੀ, ਇਸ ਤਰ੍ਹਾਂ ਦਾ ਵਿਚਾਰਕ ਜ਼ਹਿਰ ਦਾ ਸ਼ਿਕਾਰ ਬੰਦਾ ਸਾਡੀ ਚਰਚਾ 'ਚ ਸ਼ਾਮਲ ਹੋ ਗਿਆ। ਜਿਉਂ ਹੀ ਮਿਸਟਰ ਕਿਲਜੌ ਨੂੰ ਸਾਡੀ ਚਰਚਾ ਦਾ ਵਿਸ਼ਾ ਪਤਾ ਚੱਲਿਆ, ਉਹਨਾਂ ਨੇ ਫਰੈਂਕਲਿਨ ਦੇ ਨਿੱਜੀ ਜੀਵਨ ਦੇ ਕੁਝ ਪ੍ਰਸੰਗ ਸਾਨੂੰ ਨਕਾਰਾਤਮਕ ਰੂਪ ਤੋਂ ਸੁਣਾਏ। ਸ਼ਾਇਦ ਇਹ ਸੱਚ ਹੋਣ ਕਿ ਫਰੈਂਕਲਿਨ ਦਾ ਨਿੱਜੀ ਜੀਵਨ ਪਾਕ ਸਾਫ਼ ਨਾ ਰਿਹਾ ਹੋਵੇ, ਪਰ ਮੁੱਦੇ ਦੀ ਗੱਲ ਇਹ ਸੀ ਕਿ ਅਸੀਂ ਲੋਕ ਬੈਂਜਾਮਿਨ ਫਰੈਂਕਲਿਨ ਦੇ ਨਿੱਜੀ ਜੀਵਨ ਤੇ ਗੱਲ ਹੀ ਨਹੀਂ ਸੀ ਕਰ ਰਹੇ। ਮੈਨੂੰ ਖੁਸ਼ੀ ਹੋਈ ਕਿ ਅਸੀਂ ਲੋਕ ਆਪਣੇ ਕਿਸੇ ਜਾਣੇ ਪਹਿਚਾਣੇ ਬੰਦੇ ਦੇ ਬਾਰੇ 'ਚ ਚਰਚਾ ਨਹੀਂ ਕਰ ਰਹੇ ਸੀ। ਲੋਕਾਂ ਦੇ ਬਾਰੇ 'ਚ ਬੋਲੀਏ, ਹਾਂਜੀ, ਪਰ ਸਕਾਰਾਤਮਕ ਪਹਿਲੂ ਤੋਂ। ਇੱਕ ਗੱਲ ਹੋਰ ਚੰਗੀ ਤਰ੍ਹਾਂ ਸਮਝ ਲਓ, ਹਰ ਤਰ੍ਹਾਂ ਦੀ ਚਰਚਾ ਗੱਪ-ਸ਼ਪ ਨਹੀਂ ਹੁੰਦੀ। ਕਈ ਵਾਰ ਇੱਧਰ ਉੱਧਰ ਦੀ ਚਰਚਾ, ਹਾਸਾ ਮਜ਼ਾਕ, ਹਲਕਾ ਫੁਲਕਾ ਮਨੋਰੰਜਨ ਲੋੜੀਂਦਾ ਹੈ। ਉਸ ਨਾਲ ਦਿਮਾਗ ਤਰੋ-ਤਾਜ਼ਾ ਹੁੰਦਾ ਹੈ, ਪਰ ਸ਼ਰਤ ਇਹ ਹੈ ਕਿ ਰਚਨਾਤਮਕ ਹੋਣਾ ਚਾਹੀਦਾ ਹੈ। ਤੁਸੀਂ ਇਸ ਟੇਸਟ ਤੋਂ ਇਹ ਜਾਣ ਸਕਦੇ ਹੋ ਕਿ ਤੁਸੀਂ ਕਿੰਨੇ ਗਪੌੜੀ ਹੋ ਜਾਂ ਗੱਪ ਵਿੱਚ ਤੁਹਾਡੀ ਕਿੰਨੀ ਦਿਲਚਸਪੀ ਹੈ। ਪਹਿਲਾ, ਕੀ ਮੈਂ ਦੂਜਿਆਂ ਬਾਰੇ ਅਫਵਾਹਾਂ ਫੈਲਾਉਣਾ? ਦੂਸਰਾ, ਕੀ ਮੈਂ ਦੂਜਿਆਂ ਦੇ ਬਾਰੇ ਚੰਗੀਆਂ ਗੱਲਾਂ ਕਰਦਾ? ਤੀਜਾ, ਕੀ ਮੈਨੂੰ ਸਕੈਂਡਲ ਸੁਣਨੇ ਚੰਗੇ ਲੱਗਦੇ ਆ? ਚੌਥਾ, ਕੀ ਮੈਂ ਕੇਵਲ ਤੱਥਾਂ ਦੇ ਆਧਾਰ ਤੇ ਕਿਸੇ ਦਾ ਮੁਲਾਂਕਣ ਕਰਦਾ? ਪੰਜਵਾਂ, ਕੀ ਮੈਂ ਦੂਜਿਆਂ ਨੂੰ ਇਸ ਗੱਲ ਲਈ ਹੱਲਾਸ਼ੇਰੀ ਦਿੰਦਾ ਕਿ ਉਹ ਮੈਨੂੰ ਅਫਵਾਹਾਂ ਸੁਣਾਉਣ? ਛੇਵਾਂ, ਕੀ ਮੈਂ ਆਪਣੀ ਚਰਚਾ ਨੂੰ ਇਸ ਗੱਲ ਤੋਂ ਸ਼ੁਰੂ ਕਰਦਾ, ਦੇਖੋ ਕਿਸੇ ਨੂੰ ਕਹਿਣਾ ਨਹੀਂ? ਸੱਤਵਾਂ, ਕੀ ਮੈਂ ਭੇਦ ਭਰੀਆਂ ਜਾਣਕਾਰੀਆਂ ਨੂੰ ਗੁਪਤ ਰੱਖਦਾ? ਤੇ ਅੱਠਵਾਂ, ਕੀ ਮੈਂ ਦੂਜਿਆਂ ਦੇ ਬਾਰੇ ਬੋਲਦਿਆਂ ਅਪਰਾਧ ਬੋਧ ਤੋਂ ਗ੍ਰਸਤ ਰਹਿਣਾ? ਠੀਕ ਜਵਾਬ ਕੀ ਹਨ ਇਹ ਦੱਸਣ ਦੀ ਲੋੜ ਨਹੀਂ। ਇਸ ਬਾਰੇ 1 ਮਿੰਟ ਲਈ ਸੋਚੋ। ਕੁਹਾੜੀ ਚੁੱਕ ਕੇ ਆਪਣੇ ਗੁਆਂਢੀ ਦਾ ਫਰਨੀਚਰ ਤੋੜ ਦੇਣ ਨਾਲ ਤੁਹਾਡਾ ਫਰਨੀਚਰ ਵਧੀਆ ਨਹੀਂ ਦਿਸਣ ਲੱਗਦਾ। ਇਸੇ ਤਰ੍ਹਾਂ ਦੂਜੇ ਬੰਦੇ ਦੇ ਸ਼ਬਦਾਂ ਦੀ ਕੁਹਾੜਾ ਜਾਂ ਹੱਥ ਗੋਲੇ ਚਲਾਉਣ ਨਾਲ ਤੁਸੀਂ ਵਧੀਆ ਇਨਸਾਨ ਨਹੀਂ ਬਣ ਜਾਂਦੇ। ਹਮੇਸ਼ਾ ਫਸਟ ਕਲਾਸ ਬਣੇ ਰਹੋ। ਆਪਣੇ ਹਰ ਕੰਮ 'ਚ ਇਸ ਅਸੂਲ ਦਾ ਪਾਲਣ ਕਰੋ। ਸਮਾਨ ਜਾਂ ਸਰਵਿਸ ਖਰੀਦਣ ਵਿੱਚ ਵੀ ਇੱਕ ਵਾਰ ਫਸਟ ਕਲਾਸ ਸੋਚ ਦੀ ਸਫਲਤਾ ਸਾਬਤ ਕਰਨ ਲਈ ਮੈਂ ਇੱਕ ਟ੍ਰੇਨੀ ਸਮੂਹ ਨੂੰ ਪੁੱਛਿਆ ਕਿ ਉਹ ਮੈਨੂੰ ਆਪਣੇ ਜੀਵਨ ਦੀਆਂ ਕੁਝ ਇਹੋ ਜਿਹੀਆਂ ਘਟਨਾਵਾਂ ਸੁਣਾਓ ਜਦੋਂ ਉਹਨਾਂ ਨੇ 4 ਆਨੇ ਬਚਾਉਣ ਖਾਤਰ 8 ਆਨਿਆਂ ਦਾ ਨੁਕਸਾਨ ਕਰ ਲਿਆ ਹੋਵੇ। ਇੱਥੇ ਕੁਝ ਉਦਾਹਰਨ ਦਿੱਤੇ ਜਾ ਰਹੇ ਆ। ਮੈਂ ਫੁੱਟਪਾਥ ਤੋਂ ਇੱਕ ਸਸਤਾ ਸੂਟ ਖਰੀਦ ਲਿਆ। ਮੈਂ ਸੋਚਿਆ ਕਿ ਵਧੀਆ ਸੌਦਾ ਸੀ, ਪਰ ਉਹ ਸੂਟ ਖਰਾਬ ਨਿਕਲਿਆ। ਮੇਰੀ ਕਾਰ ਦੀ ਰਿਪੇਅਰਿੰਗ ਹੋਣੀ ਸੀ। ਮੈਂ ਉਹਨੂੰ ਇੱਕ ਸਸਤੇ ਜਿਹੇ ਗੈਰੇਜ ਵਿੱਚ ਲੈ ਗਿਆ ਜਿਹੜਾ ਆਥੋਰਾਈਜ਼ਡ ਡੀਲਰ ਤੋਂ $25 ਘੱਟ ਵਿੱਚ ਰਿਪੇਅਰਿੰਗ ਕਰਨ ਲਈ ਤਿਆਰ ਹੋ ਗਿਆ, ਪਰ ਮੇਰੀ ਕਾਰ ਛੇਤੀ ਫਿਰ ਤੋਂ ਖਰਾਬ ਹੋ ਗਈ। ਹੁਣ ਉਹ ਗੈਰੇਜ ਵਾਲਾ ਮੰਨਣ ਨੂੰ ਤਿਆਰ ਹੀ ਨਹੀਂ ਕਿ ਗਲਤੀ ਉਹਦੀ ਹੈ। ਮਹੀਨਿਆਂ ਤੱਕ ਮੈਂ ਪੈਸੇ ਬਚਾਉਣ ਲਈ ਇੱਕ ਘਟੀਆ ਹੋਟਲ 'ਚ ਖਾਂਦਾ ਰਿਹਾ। ਜਗ੍ਹਾ ਸਾਫ਼ ਸੁਥਰੀ ਨਹੀਂ ਸੀ, ਖਾਣਾ ਵੀ ਚੰਗਾ ਨਹੀਂ ਸੀ ਤੇ ਸਰਵਿਸ ਕਹਿਣਾ ਹੀ ਮੂਰਖਤਾ ਹੋਏਗੀ। ਗਾਹਕ 3rd ਕਲਾਸ ਆਉਂਦੇ ਸੀ। ਇੱਕ ਦਿਨ ਮੇਰਾ ਦੋਸਤ ਜ਼ਬਰਦਸਤੀ ਮੈਨੂੰ ਇੱਕ ਵਧੀਆ ਰੈਸਟੋਰੈਂਟ 'ਚ ਲੈ ਗਿਆ। ਉਹਨੇ ਲੰਚ ਦਾ ਆਰਡਰ ਦਿੱਤਾ, ਮੈਂ ਵੀ।
ਮੈਨੂੰ ਜੋ ਮਿਲਿਆ ਉਹ ਤੋਂ ਮੈਂ ਹੈਰਾਨ ਰਹਿ ਗਿਆ। ਵਧੀਆ ਖਾਣਾ, ਵਧੀਆ ਸਰਵਿਸ, ਵਧੀਆ ਮਾਹੌਲ ਤੇ ਪੈਸੇ ਵੀ ਥੋੜੇ ਜਿਹੇ ਜ਼ਿਆਦਾ ਲੱਗੇ। ਇਸ ਘਟਨਾ ਤੋਂ ਮੈਂ ਇੱਕ ਵੱਡਾ ਸਬਕ ਸਿੱਖਿਆ। ਇਹੋ ਜਿਹੇ ਹੋਰ ਵੀ ਪ੍ਰਸੰਗ ਸੁਣਾਏ ਗਏ। ਇੱਕ ਬੰਦੇ ਨੇ ਕਿਹਾ ਕਿ ਉਹਨੇ ਬਾਰਗੇਨ ਅਕਾਊਂਟ ਦਾ ਇਸਤੇਮਾਲ ਕੀਤਾ, ਜਿਹਦੇ ਕਾਰਨ ਉਹ ਟੈਕਸ ਦੇ ਲਫੜਿਆਂ 'ਚ ਫਸ ਗਿਆ। ਦੂਜੇ ਬੰਦੇ ਨੇ ਦੱਸਿਆ ਕਿ ਉਹ ਇੱਕ ਸਸਤੇ ਡਾਕਟਰ ਦੇ ਕੋਲ ਚਲਾ ਗਿਆ, ਜਿਹਨੇ ਉਹਨੂੰ ਗਲਤ ਬਿਮਾਰੀ ਦੱਸ ਦਿੱਤੀ। ਕਈ ਹੋਰ ਲੋਕਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਸਸਤੇ ਦੇ ਚੱਕਰ 'ਚ ਘਰ ਦੀ ਸਸਤੀ ਮੁਰੰਮਤ, ਸਸਤੇ ਹੋਟਲ, ਬਾਕੀ ਸਸਤੇ ਸਮਾਨ ਵਿੱਚ ਉਹਨਾਂ ਨੇ ਚੋਟ ਖਾਧੀ। ਮੈਂ ਕਈ ਵਾਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਕਿ ਪਰ ਮੈਂ ਫਸਟ ਕਲਾਸ ਸਮਾਨ ਕਿਵੇਂ ਖਰੀਦ ਸਕਦਾ? ਇਹਦਾ ਸਿੱਧਾ ਜਿਹਾ ਜਵਾਬ ਹੈ, ਤੁਸੀਂ ਇਹ ਤੋਂ ਇਲਾਵਾ ਕੋਈ ਦੂਜਾ ਸਮਾਨ ਕਿਵੇਂ ਖਰੀਦ ਸਕਦੇ ਹੋ? ਲੰਮੇ ਸਮੇਂ 'ਚ ਚੰਗਾ ਮਾਲ ਖਰੀਦਣਾ ਹਮੇਸ਼ਾ ਸਸਤਾ ਪੈਂਦਾ ਹੈ। ਇਹਦੇ ਇਲਾਵਾ ਢੇਰ ਸਾਰੀਆਂ ਘਟੀਆ ਚੀਜ਼ਾਂ ਹੋਣ ਤੋਂ ਇਹ ਵਧੀਆ ਹੈ ਤੁਹਾਡੇ ਕੋਲ ਘੱਟ ਚੀਜ਼ਾਂ ਹੋਣ ਪਰ ਚੰਗੀਆਂ ਹੋਣ। 3 ਜੋੜੀ ਘਟੀਆ ਬੂਟ ਹੋਣ ਤੋਂ 1 ਜੋੜੀ ਵਧੀਆ ਬੂਟ ਹਮੇਸ਼ਾ ਵਧੀਆ ਹੁੰਦੇ ਆ। ਲੋਕ ਕੁਆਲਿਟੀ ਦੇ ਹਿਸਾਬ ਨਾਲ ਤੁਹਾਡਾ ਮੁਲਾਂਕਣ ਕਰਦੇ ਆ, ਚਾਹੇ ਉਹ ਅਣਜਾਣੇ 'ਚ ਇਸ ਤਰ੍ਹਾਂ ਕਰਦੇ ਹੋਣ। ਕੁਆਲਿਟੀ ਦਾ ਧਿਆਨ ਰੱਖੋ, ਇਸ ਨਾਲ ਫਾਇਦਾ ਹੁੰਦਾ ਹੈ। ਇਹ ਤੇ ਖਰਚ ਵੀ ਜ਼ਿਆਦਾ ਨਹੀਂ ਹੁੰਦਾ। ਜ਼ਿਆਦਾਤਰ ਸਮਾਂ ਫਸਟ ਕਲਾਸ ਬਣਨ 'ਚ ਸੈਕੰਡ ਕਲਾਸ ਦੀ ਤੁਲਨਾ 'ਚ ਘੱਟ ਪੈਸਾ ਲੱਗਦਾ ਹੈ। ਸਫਲਤਾ ਦਾ ਮਾਹੌਲ ਕਿਸ ਤਰ੍ਹਾਂ ਤਿਆਰ ਕਰੀਏ? ਪਹਿਲਾ, ਵਾਤਾਵਰਣ ਪ੍ਰਤੀ ਸੁਚੇਤ ਰਹੋ। ਜਿਸ ਤਰ੍ਹਾਂ ਚੰਗਾ ਖਾਣਾ ਸਰੀਰ ਨੂੰ ਸ਼ਕਤੀ ਦਿੰਦਾ, ਉਸੇ ਤਰ੍ਹਾਂ ਚੰਗੇ ਵਿਚਾਰ ਤੁਹਾਡੇ ਦਿਮਾਗ ਨੂੰ ਸ਼ਕਤੀ ਦਿੰਦੇ ਆ। ਦੂਸਰਾ, ਆਪਣੇ ਵਾਤਾਵਰਣ ਨੂੰ ਆਪਣਾ ਸਹਿਯੋਗੀ ਬਣਾਓ, ਆਪਣਾ ਵਿਰੋਧੀ ਨਹੀਂ। ਦਮਨਕਾਰੀ ਸ਼ਕਤੀਆਂ, ਨਕਾਰਾਤਮਕ ਲੋਕ, ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਕਹਿਣ ਵਾਲੇ ਲੋਕਾਂ ਨੂੰ ਆਪਣਾ ਹੌਸਲਾ ਪਸਤ ਨਾ ਕਰਨ ਦਿਓ। ਤੀਸਰਾ, ਛੋਟੇ ਵਿਚਾਰਾਂ ਵਾਲਿਆਂ ਦੇ ਚੱਕਰਾਂ 'ਚ ਨਾ ਆਓ। ਈਰਖਾਲੂ ਲੋਕ ਤਾਂ ਚਾਹੁੰਦੇ ਹੀ ਹੈ ਕਿ ਤੁਸੀਂ ਅੱਗੇ ਨਾ ਵੱਧ ਸਕੋ, ਉਹਨਾਂ ਨੂੰ ਖੁਸ਼ ਹੋਣ ਦਾ ਮੌਕਾ ਨਾ ਦਿਓ। ਚੌਥਾ, ਸਫਲ ਲੋਕਾਂ ਤੋਂ ਸਲਾਹ ਲਓ, ਤੁਹਾਡਾ ਭਵਿੱਖ ਮਹੱਤਵਪੂਰਨ ਹੈ। ਫੋਕੇ ਸਲਾਹਕਾਰਾਂ ਤੋਂ ਸਲਾਹ ਲੈਣ ਦਾ ਖਤਰਾ ਨਾ ਲਓ, ਕਿਉਂਕਿ ਅਕਸਰ ਇਹ ਦੇਖਿਆ ਗਿਆ ਕਿ ਅਸਫਲ ਲੋਕ ਹੀ ਫੋਕੀਆਂ ਸਲਾਹਾਂ ਦਿੰਦੇ ਆ। ਪੰਜਵਾਂ, ਬਹੁਤੀ ਮਨੋਵਿਗਿਆਨਕ ਊਰਜਾ ਹਾਸਲ ਕਰੋ। ਨਵੇਂ ਸਮੂਹਾਂ 'ਚ ਆਓ ਜਾਓ ਕਰਨ ਲਈ ਨਵੇਂ ਤੇ ਪ੍ਰੇਰਕ ਕੰਮਾਂ ਨੂੰ ਖੋਜੋ। ਛੇਵਾਂ, ਆਪਣੇ ਵਾਤਾਵਰਣ ਨੂੰ ਵਿਚਾਰਕ ਜ਼ਹਿਰ ਤੋਂ ਦੂਰ ਰੱਖੋ। ਗੱਪ-ਸ਼ੱਪ ਨਾਲ ਚੁਗਲੀ ਤੋਂ ਬਚੋ। ਲੋਕਾਂ ਦੇ ਬਾਰੇ ਗੱਲਾਂ ਕਰੋ ਪਰ ਸਕਾਰਾਤਮਕ ਪਹਿਲੂਆਂ ਤੇ। ਸੱਤਵਾਂ ਤੇ ਆਖਰੀ, ਆਪਣੇ ਹਰ ਕੰਮ 'ਚ ਫਸਟ ਕਲਾਸ ਰਹੋ। ਤੁਸੀਂ ਕਿਸੇ ਦੂਜੇ ਢੰਗ ਨਾਲ ਕੰਮ ਕਰਨ ਦਾ ਖਤਰਾ ਨਹੀਂ ਮੁੱਲ ਲੈ ਸਕਦੇ। ਧੰਨਵਾਦ।